ਆਸਾ ਗੱਜ ਸਾਢੇ ਤੈ ਤੈ ਤੋਤੀਆਂ, ਤੇਹਰੇ ਪਾਇਣ ਤੱਗ ਗਲੀ ਜਿਨ੍ਹਾਂ ਜਪ ਮਾਲੀਆਂ, ਲੋਟੇ ਹੱਥ ਨਿਬਗ। ਓਏ ਹਰ ਕੇ ਸੰਤ ਨ ਆਖੀਐ, बानारस के ठग। ऐसे संत न मोको भावे, डाला स्यों पेडा गटकावे। रहाओ बासन मांझ चरावे, ऊपर काठी तोहे जलावे। बसुदा खोद करें दोए चूल्हे, सारे मानस खावें। ओए पापी सदा फिरें अपराधी, मुखों अपरस कहावें। सदा सदा फिरें अभिमानी, सगल कुटुंब डुबावें। जित को लाया तित ही लागा, तैसे कर्म कमावे। कहो कबीर जिस सतगुर भेटे, पुनरप जन्म न आवे। वाहिगुरु जी का खालसा, वाहिगुरु जी की फतेह। गुरु सवारी साध संगत, भगत कबीर जी दे मुखारबिंद तो उच्चारण कीते हुए ये दूसरे शब्द का पाठ आप जी ने श्रवण किया। समाज दे अंदर, संसार दे अंदर दोवें तरह दे लोग तुहानू मिलणगे। संत भी हन, असंत भी हन। संत वो हन जिन्हां सास गिलास न मिसरै, हर नामा मन मंत। धन से सेई नानका, पूर्ण सोई संत। तथा भगतां की चाल निराली, चाला निराली भगतां केरी, बिखों मार्ग चलना। मार्केट दे अंदर असली चीज भी है ते नकली भी। ये ठीक है, कई बारी जिहड़ी नकली चीज है वो असली नालों भी ज़्यादा चमकदी है। इसी तरह साडी धर्म दी दुनिया विच संत भी हन ते असंत भी हन। टीकाकारां ने लिखिया कि कुछ संगत भगत कबीर जी दे दर्शन करन आ रही सी ते रस्ते विच उन्हां नूं कुछ ऐसे बंदे मिले जिहड़े मूंहों तां नारायण, दमोदर, वृंदावन, हरे कृष्ण कृष्ण हरे कर रहे थे। और उन्हां दा पहरावा जिहड़ा सी वो धोतियां भी पाईयां होईयां सन, जनेऊ भी पाए हुए सन, हत्थां विच बड़े चमकदार लोटे भी फड़े हुए सन ते गलां विच माला भी सन। पर उन्हां भगत जनां दे शरधालुआं नूं उन्हां ठगां ने रस्ते विच लुट लिया ते ਉਹ ਵਿਚਾਰੇ ਲੁਟੀ के भगत जी कोल पहुंचे ते सारी विथया सुनाई। भगत कबीर जी कहन लगे वो कैसे सन। दसिया महाराज उन्होंने 3.5 गज दियां धोतियां पाईयां हुई सन। उन्होंने तीरे
ਅਗਰ ਦੇ ਜਨੇਊ ਵੀ ਪਾਏ ਹੋਏ ਸਨ। ਉਹਨਾਂ ਦੇ ਗਲਾਂ ਵਿੱਚ ਮਾਲਾ ਵੀ ਸਨ। ਉਹਨਾਂ ਦੇ ਹੱਥ ਵਿੱਚ ਬੜੇ ਚਮਕਦਾਰ ਲੋਟੇ ਵੀ ਸਨ। ਉਹਨਾਂ ਨੇ ਸਾਨੂੰ ਲੁੱਟ ਲਿਆ। ਭਗਤ ਕਬੀਰ ਜੀ ਕਹਿਣ ਲੱਗੇ, ਐਸੇ ਸੰਤ ਨਮੋ ਕੋ ਪਾਵੇਂ। ਮੈਨੂੰ ਇਹੋ ਜਿਹੇ ਸੰਤ ਚੰਗੇ ਨਹੀਂ ਲੱਗਦੇ। ਭਾਵ ਕਹਿਣ ਤੋਂ ਕਿ ਉਹਨਾਂ ਨੂੰ ਸੰਤ ਕਹਿਣਾ ਹੀ ਗਲਤੀ। ਡਾਲਾ ਸਿਉ ਪੇਡਾ ਗਟਕਾਵੇਂ। ਉਹ ਨਿਰਾ ਲੁੱਟਦੇ ਨਹੀਂ, ਬੰਦਿਆਂ ਨੂੰ ਜਾਨੋਂ ਵੀ ਮਾਰ ਦਿੰਦੇ ਨੇ। ਦੇਖੋ, ਜੇ ਫਲਦਾਰ ਦਰਖਤ ਨਾਲੋਂ ਫਲ ਤੋੜ ਲਓ ਤੇ ਕੋਈ ਗੱਲ ਨਹੀਂ, ਪੇਡਾ ਤੇ ਕਾਇਮ ਹੈ ਨਾ। ਪਰ ਜੇ ਕਿਸੇ ਨੂੰ ਲੁੱਟ ਲਓ ਤੇ ਉਹਨੂੰ ਜਾਨੋਂ ਵੀ ਮਾਰ ਦਿਓ। ਇਹ ਸਭ ਕੁਝ ਅੱਜ ਵੀ ਹੋ ਰਿਹਾ। ਅਖਬਾਰਾਂ ਭਰੀਆਂ ਪਈਆਂ, ਛੋਟੀਆਂ ਛੋਟੀਆਂ ਬਾਲੜੀਆਂ ਦੇ ਨਾਲ ਜਬਰ ਜਨਾਹ ਵੀ ਹੋ ਰਹੇ ਨੇ ਤੇ ਜਾਨੋਂ ਵੀ ਮਾਰ ਰਹੇ। ਧਰਮ ਅਸਥਾਨਾਂ ਤੇ ਵੀ ਇਹੋ ਜਿਹੀਆਂ ਘਟਨਾਵਾਂ ਹੋ ਰਹੀਆਂ। ਤੋ ਗੱਲ ਕੀ ਭਗਤ ਜੀ ਨੇ ਆਖਿਆ, ਐਸੇ ਸੰਤ ਨ ਮੋਹ ਕੋ ਪਾਵੇਂ, ਡਾਲਾ ਸਿਉ ਪੇਡਾ ਗਟਕਾਵੇਂ। ਜਿਹੜੇ ਟਾਹਣੀਆਂ ਦੇ ਨਾਲ ਪੇੜ ਬੂਟੇ ਨੂੰ ਹੀ ਖਾ ਜਾਂਦੇ। ਮੈਨੂੰ ਇਹੋ ਜਿਹੇ ਸੰਤ ਚੰਗੇ ਨਹੀਂ ਲੱਗਦੇ। ਇਹ ਸੰਤ ਨਹੀਂ ਕਹਿਣੇ ਚਾਹੀਦੇ। ਇਹਨਾਂ ਨੂੰ ਸੰਤ ਕਹਿਣਾ ਬੜੀ ਵੱਡੀ ਗਲਤੀ। ਗੱਜ ਸਾਢੇ ਤੈ ਤੈ ਧੋਤੀਆਂ, 3.5 ਗਜ ਦੀਆਂ ਧੋਤੀਆਂ ਵੀ ਪਾਉਂਦੇ ਹਨ। ਤੇਹਰੇ ਪਾਇਨ ਤੱਗ, ਕੋਈ 2 ਤੰਦਾਂ ਦਾ ਜਨੇਊ ਪਾਉਂਦਾ, ਪਰ ਇਹ 3 ਤੰਦਾਂ ਦੇ ਜਨੇਊ ਪਾਉਂਦੇ। ਤੱਗ ਦਾ ਮਤਲਬ ਹੈ ਜਨੇਊ, ਪਾਇਨ ਮੈਂ ਨਾ ਪਾਉਂਦੇ। ਗਲੀ ਜਿਨ੍ਹਾਂ ਜਪ ਮਾਲੀਆਂ, ਜਿਨ੍ਹਾਂ ਦੇ ਗਲਾਂ ਵਿੱਚ ਮਾਲਾ ਵੀ ਪਾਈਆਂ ਹੋਈਆਂ। ਇਹ ਦਿਖਾਉਣ ਲਈ ਕਿ ਅਸੀਂ ਬੜਾ ਸਿਮਰਨ ਕਰਦੇ। ਸਤਸੰਗ ਤੇ ਹਰ ਧਰਮ ਦੇ ਅੰਦਰ ਇਹ ਸਭ ਕੁਝ ਮਿਲਦਾ। ਸਿੱਖੀ ਸਰੂਪ ਵਿੱਚ ਵੀ ਕਈ ਲੋਕ ਇਸ ਤਰ੍ਹਾਂ ਦੇ ਤੁਰੇ ਫਿਰਦੇ, ਜਿਨ੍ਹਾਂ ਦਾ ਬਾਣਾ ਦੇਖ ਕੇ ਸਿਰ ਝੁਕ ਜਾਂਦਾ, ਪਰ ਉਹਨਾਂ ਦੇ ਕਰਤੱਵ ਦੇਖ ਕੇ ਮਨ ਨਫ਼ਰਤ ਨਾਲ ਭਰ ਜਾਂਦਾ। ਤੋ ਭਗਤ ਕਬੀਰ ਜੀ ਦਾ ਇਹ ਬਚਨ ਜਿਹੜਾ, ਇਹ ਬਿਲਕੁਲ ਸੱਤ ਹੈ। ਦਿਖਾਵਾ ਕੁਝ ਹੋਰ ਹੈ, ਅੰਦਰੋਂ ਕੁਝ ਹੋਰ। ਬਾਬਾ ਨਾਨਕ ਜੀ ਨੇ ਵੀ ਤਾਂ ਸ਼ਬਦ ਉਚਾਰਨ ਕੀਤਾ, ਉੱਜਲ ਕਹਿਹਾਂ ਚਿਲਕਣਾ, ਕੋਟਮ ਕਾਲੜੀ ਮਸ, ਤੋਤਿਆਂ ਝੂਠ ਨਾ ਉਤਰੈ, ਜੇ 100 ਤੁਹਾਂ ਤਿਸ, ਸੱਜਣ ਸੇਈ ਨਾਲ ਮੈਂ, ਚਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਸਨ। ਇਹ ਤੁਲੰਬੇ ਸ਼ਹਿਰ ਵਿੱਚ, ਜੋ ਮੁਲਤਾਨ ਵਿੱਚ ਹੈ, ਸੱਜਣ ਠੱਗ ਜਿਹਨੂੰ ਕਹਿੰਦੇ, ਉਹਦੇ ਸਥਾਨ ਤੇ ਇਹ ਬਚਨ ਉਚਾਰ। ਕਹਿਣ ਦਾ ਮਤਲਬ ਹਰ ਕਾਲ ਵਿੱਚ ਇਸ ਤਰ੍ਹਾਂ ਅਸਲ ਦੇ ਉਲਟ ਨਕਲ ਵੀ ਚੱਲਦੀ। ਪਰ ਜਿਹੜੇ ਮਹਾਂਪੁਰਖ ਨੇ ਉਹ ਨਿਰਣਾ ਕਰਦੇ ਨੇ, ਭਾਈ ਦਿਖਾਵੇ ਕਰਨ ਨਾਲ ਕੋਈ ਸੰਤ ਨਹੀਂ ਬਣ ਜਾਂਦਾ। ਗੱਜ ਸਾਢੇ ਤੈ ਤੈ ਧੋਤੀਆਂ, ਤੇਹਰੇ ਪਾਇਨ ਤੱਗ, 3.5 ਗਜਾਂ ਦੀਆਂ ਧੋਤੀਆਂ ਵੀ ਰੱਖਦੇ ਹਨ। ਕਈਆਂ ਨੇ ਤੈ ਤੈ ਦਾ ਅਰਥ 3 ਧੋਤੀਆਂ ਵੀ ਕੀਤਾ। ਗੱਲ ਕੀ ਮਤਲਬ ਦਿਖਾਵੇ ਮਾਤਰ ਉਹ ਇਹ ਸਭ ਕੁਝ ਕਰਦੇ। ਤੇਰੇ ਪਾਇਨ ਤੱਗ ਤੇ ਜਨੇਊ 3 ਤੰਦਾਂ ਵਾਲੇ ਪਾਏ ਹੋਏ। ਗਲੀ ਜਿਨ੍ਹਾਂ ਜਪ ਮਾਲੀਆਂ, ਇਹਨੂੰ ਗਲੀ ਨਹੀਂ ਕਹਿਣਾ, ਗਲੀ ਕਹਿਣਾ।
ਜਿਨ੍ਹਾਂ ਦੇ ਗਲਾਂ ਵਿੱਚ ਜਪ ਮਾਲੀਆਂ, ਮਾਲਾ ਵੀ ਫੜੀਆਂ ਹੋਈਆਂ, ਪਾਈਆਂ ਹੋਈਆਂ, ਲੋਟੇ ਹੱਥ ਨਿਭੱਗ, ਹੱਥ ਦੇ ਥੱਥੇ ਨੂੰ ਸਿਆਰੀਆਂ, ਹੱਥ ਵਿੱਚ ਬੜੇ ਚਮਕਦਾਰ, ਬਹੁਤ ਹੀ ਚਿੱਟੇ ਲਿਸ਼ਕਾਰੇ ਮਾਰਦੇ ਲੋਟੇ ਫੜੇ ਹੋਏ। ਓਏ ਹਰ ਕੇ ਸੰਤ ਨਾ ਆਖੀਆਂ, ਇਹੋ ਜਿਹੇ ਬੰਦਿਆਂ ਨੂੰ, ਇਹੋ ਜਿਹੇ ਪਖੰਡੀਆਂ ਨੂੰ ਹਰੀ ਦੇ ਸੰਤ ਨਹੀਂ ਕਹਿਣਾ ਚਾਹੀਦਾ, ਜਾਂ ਉਹ ਨਹੀਂ ਕਹੇ ਜਾਂਦੇ। ਉਹਨਾਂ ਲਈ ਤੇ ਇਹ ਕਹਿਣਾ ਬਣ ਆਉਂਦਾ ਹੈ, ਬਾਨਾਰਸ ਕੇ ਠੱਗ। ਆਮ ਤੌਰ 'ਤੇ ਇਹ ਮੁਹਾਵਰਾ ਜਿਹਾ ਬਣ ਗਿਆ ਕਿ ਬਨਾਰਸੀ ਠੱਗ। ਇਹਦਾ ਮਤਲਬ ਉੱਥੇ ਆਲੇ ਦੁਆਲੇ ਠੱਗ ਬਹੁਤੇ ਹੋਣਗੇ ਤਥਾ ਬਨਾਰਸੀ ਠੱਗ ਮਸ਼ਹੂਰ ਹੋਣਗੇ। ਭਗਤ ਜੀ ਕਹਿੰਦੇ ਨੇ, ਐਸੇ ਸੰਤ ਨਾ ਮੋਹ ਕੋ ਭਾਵੇਂ, ਇਹੋ ਜਿਹੇ ਸੰਤ ਮੈਨੂੰ ਨਹੀਂ ਚੰਗੇ ਲੱਗਦੇ ਜਿਨ੍ਹਾਂ ਦੀ ਕਰਤੂਤ ਇਹੋ ਜਿਹੀ, जिन्हों दे बगल में छुरी और मुंह में राम राम है। ऐसे संत न मोह को भावे, डाला स्यों पेडा गटका में। टहनियां ते खांदे ने, नाल पेडे नूं भी खा जांदे। भाव बंदियां कोल जो कुछ होवे उते लुट लैंदे ने, जानों भी मार दिंदे ने। पर उन्हां दा बाहरला रूप देखो ते की है। बासन मांझ चरावें ऊपर, बासन कहिए बर्तनां नूं, मांझ कहिए मांझ मांझ के सुच्चे कर, चरावें ऊपर चुलियां ते धरदे। काठी धोए जलावें, काठी कहंदे लकड़ां नूं, लकड़ां भी धो धो के बालदे ने। मतलब दिखावा ये करते हैं कि असी बहुत सुचम वाले। साडे विच भी कई हैं, कोई कहेंगे असी खूह का पानी नहीं पींदे, कोई कहेंगे असी टूटियां मांझ के पानी पीने। तो इहो जिहा दिखावा करन वाले कई हों। तो भगत जी कहते हैं, बासन मांझ चरावें ऊपर, काठी धोए जला में। लकड़ा भी धो धो के बाल दे। बसुदा खोद करें दोए चूल्हे, धरती नूं पट के नवा चूल्हा तैयार कर। दोए चूल्हे का मतलब दो चूल्हे बनाते, एक अग बालन वास्ते या एक सब्जी दाल बनाने लई, दूजा प्रशादे पकाउण लई। ये तो उन्होंने पता है वो क्यों करते। पर भगत जी कह रहे ने ऐसा दिखावा भी कर। बसुदा खोद करें दोए चूल्हे, सारे मानस खावें। सारे बंदे रल के खांदे हैं, तथा समुचे बंदियां नूं ही मार के खा जाते। दिखावा ये करते ने कि असी बड़े संत हाँ, असी बड़े सिमरन करन वाले हाँ, असी बड़ी सुचमता धारण करते हैं और असी अपरस है, असी किसी दूजे नाल छूंदे नहीं। पर भगत जी की कहते, ओए पापी सदा फिरें अपराधी, मुखों अपरस कहावें। इहो ਜਿਹੇ ਬੰਦੇ जिन्हां ਦੀ कथनी होर ते करनी होर, ਜਿਹੜੇ अंदरों होर ते बाहरों होर। मुख तो कहाउंदे ने असी अपरस, असी दूजे दे हत्थ दा खांदे नहीं, असी दूजे दे घर खांदे नहीं। तो गल की भगत जी ने ऐसा पखंड का पर्दा खोलिया, सानू सावधान किया। गज साडे तै तै धोतियां, तेरे पायन तग।
गली जना जप मालियां, लोटे हथ निभग। ओए हर के संत न आखिए, बनारस के ठग। ऐसे संत न मोह को पावे, डाला स्यों पेढ़ा गटकावे। रहाओ बासन मान चलावे ऊपर, काठी तोहे जलावे। बसुदा खोद करें दो चूल्हे, सारे मानस खावे। ओए पापी सदा फिरें अपराधी, मुखों अपरस कहाँ में। सदा सदा फिरें अभिमानी, वो अपनी सुचमता दे अहंकार विच ही फसे रहन। सगल कुटुंब डुबावे। हुण कई कहंदे जी वो आप ते डुबणगे, परिवार नूं किवें डुबण। भाई वो गलत तरीकिਆਂ नाल कमाई हुई माया लिया के परिवार नूं खवांदे। ते साडे बजुर्गां ने तत कढिया, जैसा अन्न वैसा मन। ਜਿਹੋ जी कमाई तुसीं खाओगे या बच्चों नूं खवाओगे, बच्चे ਉਹੋ ਜਿਹੇ ही बनणगे। खिमा करना, मैं देखिया कई अफसर चलो चंगे भी हो सकते हैं, पर बहुतियां दी कमाई जिहड़ी है रिश्वत ते कई गलत तरीकिਆਂ नाल उन्हां दे बच्चे अमूमन कोई विरला होवेगा जिहड़ा कोई सबर जाए, नहीं तो बस उन्हां दीयां शिकायतां ही होंदियां, क्योंकि वो कमाई इहो जी खवांदे। तो भगत जी कहते ने सदा सदा फिरें अभिमानी, क्योंकि वो अपने आप नूं दूजियां तो वखरा, दूजियां तो श्रेष्ठ खवांदे। नतीजा की आप ते डुबदे ने सगल कुटुंब डुबावें, अपने परिवार नूं भी लै डुबदे। फिर भगत जी कहते ने भाई उन्हां दे भी की वस। परमात्मा ने एक खेड ही ऐसी बनाई, मेरे करते एक खेल रचाया, कोई न किसी जिहा उपाय। तो जीवन विच विचरदियां इहो जे कई पखंडी मिलते हैं। खिमा करना, मैं किसी का नाम तो नहीं लेना। गुरु घर दे विच सेवा करदियां बड़ा तजर्बा होया। एक बारी एक संत आ गए, जथा नाल सी, ते उन्हां दा जिहड़ा पहरावा सी ਉਹਦੇ ਵਿੱਚ ਜਿਹੜੀ ਦਸਤਾਰਬੰਦੀ ਸੀ ਉਹ ਆਮ ਸਿੱਖਾਂ ਤੋਂ ਵੱਖਰੀ ਸੀ। ਠੀਕ ਹੈ, ਕੋਈ ਮੇਰੇ ਵਾਂਗੂ ਬੰਨਦਾ ਹੈ, ਕੋਈ ਗੋਲ ਵੀ ਬੰਨਦਾ, ਪਰ ਉਹਨਾਂ ਦੀ ਦਸਤਾਰ ਦਾ ਸਟਾਈਲ ਬਿਲਕੁਲ ਹੀ ਵੱਖਰਾ ਸੀ। ਤੁਸੀਂ ਆਖੋਗੇ ਉਹ ਕੀ ਸੀਗਾ? ਉਹਨਾਂ ਨੇ ਪਿੱਛੇ ਮੋਢੇ ਉੱਤੇ ਫਰਲਾ ਛੱਡਿਆ ਹੋਇਆ ਸੀ, ਉਹਨੂੰ ਫਰਲਾ ਕਹਿੰਦੇ। ਅਤੇ ਕੁਦਰਤੀ ਉਹਨਾਂ ਨੂੰ ਚਾਹ ਪਾਣੀ ਛਕਾਉਣ ਲੱਗੇ, ਅਤੇ ਸਾਡੇ ਇੱਕ ਜਥੇਦਾਰ ਸਨ बसावा सिंह जी, बड़े चढ़ती कला वाले खड़केदार, वो आ गए। उन्होंने आदत सी कि पखंड नूं उन्होंने जरूर चुंडी भरनी। उन्होंने संतां दे सराणे बैठ गए, बैठे जान के, ते हौली जही उन्हां दी पग दा वो जिहड़ा फरला सी उहनूं हथ लाता। ते मैनूं कहंदे ज्ञानी सिंह जी, हमने उदासी देखे, सन्यासी देखे, डंडी स्वामी देखे, फलाने देखे, टमकाने देखे, ये मोरपंखी संत कहाँ से आए? बाजी संत तां तप गए। उन्होंने चाह पानी भी छड़ता। चलो ए साथियों चलिए। मैं कहा जी चाह पानी तो छक लो, बर्फी तो छक लो। जथेदार वसावा सिंह जी कहने लगे, ज्ञानी सिंह जी ऐसे पखंडियों को नहीं छकाया सकते, हम छकेंगे, जाने दो जाते हैं। तो मेरा कहने का मतलब इस तरह के परपंच करन दा गुरमत विच कोई था नहीं। पर भगत जी कहने जित को लाया तित ही लागा, तैसे कर्म कमावे। परमात्मा की खेड ही ऐसी, जिहो जिहा जिसनूं जिस पासे लाए। कहो कबीर जिस सतगुर भेटै, पुनरा जन्म ना आवे।
ਕਬੀਰ ਜੀ ਕਹਿੰਦੇ ਨੇ, ਜਿਹਦਾ ਸਤਿਗੁਰੂ ਨਾਲ ਮਿਲਾਪ ਹੋ ਜਾਏ, ਜਿਹਨੂੰ ਜੀਵਨ ਦਾ ਸਹੀ ਰਸਤਾ ਮਿਲ ਜਾਏ, ਉਹ ਕਦੇ ਪਖੰਡ ਨਹੀਂ ਕਰਦਾ ਔਰ ਪੁਨਰਪ ਜਨਮ ਨਾ ਆਵੇ। ਉਹ ਕਦੇ ਜੰਮਣ ਮਰਨ ਦੇ ਗੇੜ ਵਿੱਚ ਵੀ ਨਹੀਂ ਪੈਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।